ਹੈਲੋ ਸਟੂਡੈਂਟਸ, ਮੈਂ ਤੁਹਾਡੀ ਪੰਜਾਬੀ ਦੀ ਅਧਿਆਪਕਾ ਰਮਿੰਦਰ ਕੌਰ। ਅੱਜ ਅਸੀਂ ਅਰਜ਼ੀਆਂ ਅਤੇ ਚਿੱਠੀ ਪੱਤਰ ਕਰਾਂਗੇ। ਚਿੱਠੀ ਪੱਤਰ ਦੀਆਂ ਕਈ ਕਿਸਮਾਂ ਹੁੰਦੀਆਂ ਹਨ, ਜਿਵੇਂ ਬਿਨੇ ਪੱਤਰ ਜਾਂ ਅਰਜ਼ੀਆਂ, ਨਿੱਜੀ ਪੱਤਰ, ਵਪਾਰਕ ਪੱਤਰ, ਦਫ਼ਤਰੀ ਪੱਤਰ ਜਾਂ ਫੁਟਕਲ ਪੱਤਰ। ਅੱਜ ਅਸੀਂ ਸਭ ਤੋਂ ਪਹਿਲਾਂ ਬਿਨੇ ਪੱਤਰ ਜਾਂ ਅਰਜ਼ੀਆਂ ਕਰਾਂਗੇ। ਇਹਨਾਂ ਵਿੱਚ ਵੱਖ-ਵੱਖ ਸੰਸਥਾਵਾਂ ਦੇ ਅਧਿਕਾਰੀਆਂ ਨੂੰ ਕਿਸੇ ਸਮੱਸਿਆ ਬਾਰੇ ਬੇਨਤੀ ਕਰਨ ਦੇ ਰੂਪ ਵਿੱਚ ਲਿਖਿਆ ਜਾਂਦਾ ਹੈ। ਅੱਜ ਅਸੀਂ ਸਕੂਲੀ ਪੱਤਰ ਕਰਾਂਗੇ। ਇਹਨਾਂ ਵਿੱਚ ਬੱਚੇ ਸਕੂਲ ਦੇ ਮੁੱਖ ਅਧਿਆਪਕ ਜੀ ਨੂੰ ਆਪਣੀਆਂ ਲੋੜਾਂ, ਮੰਗਾਂ ਅਤੇ ਸਮੱਸਿਆਵਾਂ ਸੰਬੰਧੀ ਦੱਸਦੇ ਹਨ। ਇਹ ਪੱਤਰ ਇਕੱਲੇ ਵਿਦਿਆਰਥੀ ਵੱਲੋਂ ਵੀ ਹੋ ਸਕਦੇ ਹਨ ਅਤੇ ਸਮੂਹ ਜਮਾਤ ਵੱਲੋਂ ਵੀ ਹੋ ਸਕਦੇ ਹਨ। ਇਕੱਲਾ ਵਿਦਿਆਰਥੀ, ਜਿਵੇਂ ਉਸਨੇ ਫੀਸ ਮਾਫੀ ਦੀ ਅਰਜ਼ੀ ਲਿਖਣੀ ਹੋਵੇ ਜਾਂ ਜੁਰਮਾਨਾ ਮਾਫੀ ਦੀ ਅਰਜ਼ੀ, ਉਹ ਅਸੀਂ ਇਕੱਲੇ ਤੌਰ ਦੇ ਉੱਪਰ ਲਿਖਦੇ ਹਾਂ। ਅਤੇ ਜੇ ਕੋਈ ਜਮਾਤ ਸੰਬੰਧੀ ਮੰਗ ਜਾਂ ਕੋਈ ਸਮੱਸਿਆ ਹੋਵੇ ਤਾਂ ਉਹ ਅਸੀਂ ਜਮਾਤ ਵੱਲੋਂ ਲਿਖਦੇ ਹਾਂ। ਅੱਜ ਮੈਂ ਤੁਹਾਨੂੰ ਆਪਣੇ ਸਕੂਲ ਦੇ ਮੁੱਖ ਅਧਿਆਪਕਾ ਜੀ ਨੂੰ ਬਿਨੇ ਪੱਤਰ ਲਿਖੋ। ਮੈਂ ਕੋਈ ਵਿਸ਼ਾ ਨਹੀਂ ਪਹਿਲਾਂ ਲਿਆ ਹੈ, ਕਿਉਂਕਿ ਵਿਸ਼ਾ ਕੋਈ ਵੀ ਹੋ ਸਕਦਾ ਹੈ। ਉਹਦੀ ਬਣਾਵਟ ਜਿਹੜੀ ਹੈ ਬਿਨੇ ਪੱਤਰ ਦੀ, ਉਹ ਆਲਮੋਸਟ ਸੇਮ ਹੀ ਤਕਰੀਬਨ ਰਹਿੰਦੀ ਹੈ। ਉਹਦਾ ਵਿਚਲਾ ਵਿਸ਼ਾ ਹੀ ਅਸੀਂ ਬਦਲਣਾ ਹੁੰਦਾ ਹੈ। ਸਭ ਤੋਂ ਪਹਿਲਾਂ ਅਸੀਂ ਲਿਖਣਾ ਹੈ ਸੇਵਾ ਵਿਖੇ। ਸੇਵਾ ਵਿਖੇ ਨੂੰ ਅਸੀਂ ਜਿੱਥੋਂ ਹੀ ਸਾਡਾ ਪੇਜ ਦੀ ਅਸੀਂ ਲਿਖਣਾ ਸ਼ੁਰੂ ਕਰਦੇ ਹਾਂ, ਉੱਥੇ ਅਸੀਂ ਲਿਖਣਾ ਸ਼ੁਰੂ ਕਰਨਾ ਹੈ ਸੇਵਾ ਵਿਖੇ। ਇਸ ਦੇ ਅੱਗੇ ਕੌਮਾ ਨਹੀਂ ਪਏਗਾ। ਫਿਰ ਜਿੱਥੇ ਸੇਵਾ ਵਿਖੇ ਖ਼ਤਮ ਹੁੰਦਾ ਹੈ, ਉਸ ਦੇ ਬਿਲਕੁਲ ਨੀਚੇ ਵਾਲੀ ਜਗ੍ਹਾ ਤੋਂ ਅਸੀਂ ਅਗਲੀ ਗੱਲ ਜਿਹੜੀ ਹੈ ਉਹ ਸ਼ੁਰੂ ਕਰਨੀ ਹੈ। ਇਸ ਤੋਂ ਅੱਗੇ ਅਸੀਂ ਲਿਖਾਂਗੇ ਮੁੱਖ ਅਧਿਆਪਕਾ ਜੀ। ਹੁਣ ਅਸੀਂ ਕਿਉਂਕਿ ਆਪਣੇ ਸਕੂਲ ਉੱਪਰ ਲਿਖਿਆ ਹੋਇਆ ਹੈ, ਤੁਸੀਂ ਆਮ ਤੌਰ ਦੇ ਉੱਪਰ ਅਸੀਂ ਆਪਣੇ ਸਕੂਲ ਦੁਆਬਾ ਪਬਲਿਕ ਸਕੂਲ ਦੇ ਜਿਹੜੇ ਮੁੱਖ ਅਧਿਆਪਕਾ ਜੀ ਨੂੰ ਪੱਤਰ ਲਿਖਦੇ ਹਾਂ। ਬੱਚੇ ਬਹੁਤ ਵਾਰ ਗਲਤੀ ਕਰ ਦਿੰਦੇ ਹਨ, ਮੁੱਖ ਅਧਿਆਪਕ ਜੀ ਲਿਖਦੇ ਹਨ, ਪਰ ਇੱਥੇ ਧਿਆਨ ਰੱਖਣਾ ਹੈ ਮੁੱਖ ਅਧਿਆਪਕਾ ਜੀ ਆਉਣਾ ਹੈ। ਇਸ ਤੋਂ ਬਾਅਦ ਕੌਮਾ, ਦੁਆਬਾ ਪਬਲਿਕ ਸਕੂਲ, ਕੌਮਾ, ਕੋਟ ਸੰਤੋਖ ਰਾਏ, ਕੌਮਾ, ਧਾਰੀਵਾਲ ਡੰਡੀ। ਹੁਣ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿੱਥੋਂ ਤੁਸੀਂ ਮੁੱਖ ਅਧਿਆਪਕਾ ਸ਼ੁਰੂ ਕੀਤਾ ਸੀ, ਉਸ ਤੋਂ ਬਿਲਕੁਲ ਥੱਲੇ ਉਸੇ ਪੈਟਰਨ ਦੇ ਵਿੱਚ ਹੀ ਇਹ ਚਾਰੇ ਸਤਰਾਂ ਤੁਸੀਂ ਲਿਖਣੀਆਂ ਹਨ। ਤਿੰਨਾਂ ਲਾਈਨਸ ਦੇ ਵਿੱਚ ਜਿਹੜਾ ਇਹ ਕੌਮਾ ਆਏਗਾ ਲਾਸਟ ਦੇ ਉੱਤੇ, ਧਾਰੀਵਾਲ ਤੋਂ ਬਾਅਦ ਡੰਡੀ ਹੋਏਗੀ। ਕਿਉਂ? ਸਕੂਲ ਦਾ ਇੱਥੇ ਐਡਰੈਸ ਜਿਹੜਾ ਹੈ ਉਹ ਖ਼ਤਮ ਹੋ ਰਿਹਾ ਹੈ। ਇਸ ਤੋਂ ਅੱਗੇ ਅਸੀਂ ਵਿਸ਼ਾ ਲਵਾਂਗੇ। ਵਿਸ਼ਾ ਹੁਣ ਇੱਥੇ ਮੈਂ ਮੈਂਸ਼ਨ ਕੀਤਾ ਹੈ ਕਿ ਵੱਡੇ ਭਰਾ ਦੇ ਵਿਆਹ 'ਤੇ 1 ਹਫ਼ਤੇ ਦੀ ਛੁੱਟੀ ਲਈ। ਵਿਸ਼ਾ ਉਹ ਹੋ ਸਕਦਾ ਹੈ ਜੋ ਵੀ ਤੁਹਾਨੂੰ ਲਿਖਣ ਲਈ ਕੁਐਸਚਨ ਪੇਪਰ 'ਚ ਜਾਂ ਜਿਹੜੀ ਵੀ ਐਪਲੀਕੇਸ਼ਨ ਬਿਨੇ ਪੱਤਰ ਤੁਹਾਨੂੰ ਲਿਖਣ ਲਈ ਕਿਹਾ, ਤੁਸੀਂ ਉਹੀ ਵਿਸ਼ਾ ਇੱਥੇ ਲਿਖਣਾ ਹੈ। ਅਤੇ ਬੱਚੇ ਕਈ ਵਾਰ ਬਹੁਤ ਬਾਹਰ ਹੀ ਇਹ ਗਲਤੀ ਕਰ ਦਿੰਦੇ ਨੇ ਕਿ ਉਹ ਮੁੱਖ ਉੱਤੋਂ ਵਿਸ਼ਾ ਲਿਖਣ ਲੱਗਿਆਂ ਨਾਲ ਹੀ ਲਿਖ ਦਿੰਦੇ ਹਨ, ਮੁੱਖ ਅਧਿਆਪਕਾ ਜੀ ਨੂੰ ਵੱਡੇ ਭਰਾ ਦੇ ਵਿਆਹ 'ਤੇ 1 ਹਫ਼ਤੇ ਦੀ ਛੁੱਟੀ ਲਈ ਬਿਨੇ ਪੱਤਰ ਲਿਖੋ। ਪਰ ਉੱਥੇ ਨਾ ਤਾਂ ਮੁੱਖ ਅਧਿਆਪਕਾ ਲਿਖਣ ਦੀ ਲੋੜ ਹੈ, ਨਾ ਹੀ ਲਿਖੋ ਲਿਖਣ ਦੀ ਲੋੜ ਹੈ। ਸਿਰਫ ਤੁਸੀਂ ਜਿਹੜਾ ਵਿਸ਼ਾ ਸਾਨੂੰ ਦਿੱਤਾ ਗਿਆ ਹੈ ਉਨਾ ਹੀ ਲਿਖਣਾ ਹੈ। ਉਸ ਤੋਂ ਥੱਲੇ ਸ਼੍ਰੀਮਤੀ ਜੀ। ਇੱਥੇ ਵੀ ਮੁੱਖ ਤੌਰ 'ਤੇ ਗਲਤੀ ਕੀਤੀ ਜਾਂਦੀ ਹੈ। ਬੱਚੇ ਬਹੁਤ ਵਾਰ ਇੱਥੇ ਸ਼੍ਰੀਮਾਨ ਜੀ ਲਿਖ ਦਿੰਦੇ ਹਨ, ਇੱਥੇ ਸ਼੍ਰੀਮਤੀ ਜੀ ਆਏਗਾ, ਕੌਮਾ। ਹੁਣ ਇੱਥੇ ਅਸੀਂ ਸਾਨੂੰ ਛੁੱਟੀ ਦੀ ਲੋੜ ਹੈ। ਤੁਸੀਂ ਸਿੱਧਾ ਹੀ ਸ਼ੁਰੂ ਕਰ ਸਕਦੇ ਹੋ ਕਿ ਮੇਰੇ ਵੱਡੇ ਭਰਾ ਦਾ ਵਿਆਹ ਇੰਨੀ ਮਿਤੀ ਨੂੰ ਹੋਇਆ ਹੈ। ਹੁਣ ਸਾਨੂੰ 1 ਹਫ਼ਤੇ ਦੀ ਛੁੱਟੀ ਚਾਹੀਦੀ ਹੈ। ਮਿਤੀ ਦਾ ਤੁਸੀਂ ਧਿਆਨ ਰੱਖਣਾ ਹੈ ਕਿ ਅਸੀਂ ਵਿਆਹ ਤੋਂ ਕੋਈ 2 ਜਾਂ 3 ਦਿਨ ਪਹਿਲਾਂ ਦੀ ਐਪਲੀਕੇਸ਼ਨ ਅਸੀਂ ਲਿਖ ਰਹੇ ਹਾਂ, ਅਤੇ ਐਪਲੀਕੇਸ਼ਨ ਲਿਖਣ ਦੇ ਦਿਨ ਤੋਂ ਕੋਈ 3-4 ਦਿਨ ਦੇ ਬਾਅਦ ਦੀ ਮਿਤੀ ਲਿਖੀ ਜਾਵੇ। ਪਿਤਾ ਜੀ, ਮਤਲਬ ਅਸੀਂ ਕੁਛ ਦੱਸਣਾ ਹੈ ਕਿ ਸਾਨੂੰ ਵਿਆਹ ਵਿੱਚ ਛੁੱਟੀ ਕਿਉਂ ਚਾਹੀਦੀ ਹੈ। ਇੱਥੇ ਜਿਵੇਂ ਅਸੀਂ ਮੈਂਸ਼ਨ ਕਰ ਦਿੱਤਾ ਹੈ ਕਿ ਸਾਡੇ ਪਿਤਾ ਜੀ ਅਮਰੀਕਾ ਰਹਿੰਦੇ ਨੇ, ਛੇਤੀ ਨਹੀਂ ਆ ਸਕਦੇ, ਅਤੇ ਵਿਆਹ ਵਿੱਚ ਕੰਮਕਾਰ ਦੀ ਲੋੜ ਹੈ, ਇਸ ਕਰਕੇ ਮੈਨੂੰ ਛੁੱਟੀ ਚਾਹੀਦੀ ਹੈ। ਪਿਤਾ ਜੀ ਅਮਰੀਕਾ ਤੋਂ ਇੰਨੀ ਛੇਤੀ ਨਹੀਂ ਆ ਸਕਦੇ। ਮੇਰੇ ਵੱਡੇ ਭਰਾ ਨੂੰ ਵਿਆਹ ਦੇ ਕੰਮ ਵਿੱਚ ਮੇਰੇ ਸਹਿਯੋਗ ਦੀ ਲੋੜ ਹੈ। ਆਪ ਜੀ ਨੂੰ ਸ਼ਨੀਵਾਰ ਬੇਨਤੀ ਹੈ ਕਿ ਮੈਨੂੰ ਮਿਤੀ ਡੈਸ਼ ਤੋਂ ਡੈਸ਼, ਹੁਣ ਇਹ ਤੁਸੀਂ 1 ਹਫ਼ਤੇ ਦਾ ਟਾਈਮ ਜਿਹੜਾ ਇਹਦੇ ਵਿੱਚ ਮੈਂਸ਼ਨ ਕਰਨਾ ਹੈ, ਤੱਕ 1 ਹਫ਼ਤੇ ਦੀਆਂ ਛੁੱਟੀਆਂ ਦੇ ਦਿੱਤੀਆਂ ਜਾਣ। ਮੈਂ ਆਪ ਜੀ ਦੀ ਧੰਨਵਾਦੀ ਹੋਵਾਂਗੀ ਜਾਂ ਹੋਵਾਂਗਾ।
हाँ जी बच्चे, ये सी दूसरा भाग साडी एप्लीकेशन का, जिहड़ा असी विषय के अनुसार लिखना हुंदा है। जो भी सानू टॉपिक दिता गया है उहदे अनुसार लिखना है। हुण इस तो इत्थे तुसीं ये भी लिख सकदे हो, जिवें तुसीं सेंटेंस की फॉर्म विच धन्नवादी होवांगी नहीं लिखना, ते लास्ट उत्ते जिहड़ा है तुसीं धन्नवाद सहित भी लिख सकते हो। फिर इसका लास्ट पोर्शन आ जाता है। लास्ट पोर्शन जिहड़ा है वो असी जिथे साडे पेज का सेंटर है उस तो असी अगे शुरू करना है, तां जो अंत तक वो कंप्लीट हो जाए। आप जी दी आग्याकारी जां दा आ सकता है इत्थे, नाम, जमात ते रोल नंबर। लास्ट दे उपर कॉमास आने ने, लास्ट जिहड़ा असी लिखांगे उत्थे डंडी पेगी। हुण जे तां तुसीं अपने वल्लों लिख रहे हो एप्लीकेशन, फिर तो तुसी अपना नाम ते रोल नंबर मैंशन करोगे। जे पूरी जमात वालों कोई भी एप्लीकेशन लिखी जा रही है, फिर इत्थे तुसी वालों समूह जमात आएगा। हुण मिति रोल नंबर जिथे तुसी लास्ट के उपर असी लास्ट लिखिया है रोल नंबर, उस तो खब्बे हथ असी मिति लिखांगे। मिति वर्ड तुसी नाम ही लिखो तद भी ठीक है, सीधे ही असी मिति लिखीए 30 मई, जिमें सपोज कर लो अज 30 मई है, 30 मई 2020। बच्चे तुहानूं एक बेसिक पैटर्न दस्सिया गया है। इहदे विच विशा कोई भी हो सकता है, विशा भावें कोई भी होवे। इहदा शुरू वाला भाग ते इहदा अंत वाला भाग इक्को जे रहिंदे हन। इहदे मध्ध वाला भाग जिहड़ा है वो साडा विषय के अनुसार बदलता है। वो तुसी जिस कोई भी तुहानूं बिने पत्र लिखण लई कहा जाता है, वो तुसी उसका ध्यान रखना है। इस तरह तुसी अपनी एप्लीकेशन जिहड़ी है वो लिख सकते हो।